Hello everyone, welcome you all in your own channel Learn Everything. ਸੋ ਆਪਾਂ ਕਰ ਰਹੇ ਸੀ ਫਿਜ਼ਿਕਸ ਦਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ ਦੇ ਵਿੱਚ ਕਰੰਟ ਇਲੈਕਟ੍ਰਿਸਿਟੀ, ਜਿਹਦੇ ਵਿੱਚ ਆਪਾਂ ਸੈਲਫ ਇੰਡਕਸ਼ਨ ਬਾਰੇ ਪੜ੍ਹਿਆ ਸੀ ਪ੍ਰੀਵੀਅਸ ਵੀਡੀਓ ਦੇ ਵਿੱਚ। ਹੁਣ ਆਪਾਂ ਮਿਊਚੁਅਲ ਇੰਡਕਸ਼ਨ ਦੇਖਾਂਗੇ। ਸਾਡੇ ਸਿਲੇਬਸ ਦੇ ਵਿੱਚ ਇਹ ਮੈਂਸ਼ਨ ਹੈ। ਕੰਸੀਡਰ ਇੱਕ ਮੰਨ ਲਓ ਕੋਇਲ ਆ ਜਿਹਨੂੰ ਕਨੈਕਟ ਕੀਤਾ ਤੁਸੀਂ ਬੈਟਰੀ ਦੇ ਨਾਲ ਥਰੂ ਟੈਪਿੰਗ ਕੀ ਕੇ, ਤੇ ਉਹ ਜਿਹੜੀ ਕੋਇਲ ਆ ਉਹਨੂੰ ਅਸੀਂ ਕਹਿੰਦੇ ਪ੍ਰਾਇਮਰੀ ਕੋਇਲ। ਇੱਕ ਅਨਦਰ ਕੋਇਲ ਅਸੀਂ ਉਹਦੇ ਲਾਗੇ ਲੈ ਕੇ ਆਏ, ਉਹ ਹੈਗੀ ਸੈਕੰਡਰੀ ਕੋਇਲ, ਜਿਹਨੂੰ ਅਸੀਂ ਕਨੈਕਟ ਕੀਤਾ ਵਿਦ ਸੈਂਸਿਟਿਵ ਗਲਵੈਨੋਮੀਟਰ। ਤੁਸੀਂ ਦੇਖੋ ਇਹ ਫਿਗਰ ਕੁਛ ਇੱਦਾਂ ਦਾ ਹੈ। ਦਿਸ ਦਾ ਪ੍ਰਾਇਮਰੀ ਕੋਇਲ ਬੈਟਰੀ ਨਾਲ ਕਨੈਕਟ ਕੀਤਾ ਥਰੂ ਅ ਟੈਪਿੰਗ ਕੀ, ਐਂਡ ਇਹਦੇ ਲਾਗੇ ਇੱਕ ਸਾਡੇ ਕੋਲ ਇਸ ਨਾਮ ਦੀ ਸੈਕੰਡਰੀ ਕੋਇਲ ਹੈ ਜਿਹਨੂੰ ਅਸੀਂ ਸੈਂਸਿਟਿਵ ਗਲਵੈਨੋਮੀਟਰ ਨਾਲ ਕਨੈਕਟ ਕੀਤਾ ਹੈਗਾ। ਜੋ ਤੁਸੀਂ ਟੈਪਿੰਗ ਕੀ ਨੂੰ ਪ੍ਰੈਸ ਕਰੋਗੇ ਗਲਵੈਨੋਮੀਟਰ ਡਿਫਲੈਕਸ਼ਨ ਦੇਗਾ। ਜਦੋਂ ਤੁਸੀਂ ਟੈਪਿੰਗ ਕੀ ਹੈ ਨਾ ਜਿਹੜੀ ਨੂੰ ਪ੍ਰੈਸ ਕਰੋਗੇ, ਦੈਨ ਗਲਵੈਨੋਮੀਟਰ ਕੀ ਦੇਗਾ, ਉੱਥੇ ਡਿਫਲੈਕਸ਼ਨ ਦੇਗਾ। ਲੈਟ ਅਸ ਸੀ ਵਟ ਹੈਪਨ। ਅਸੀਂ ਦੇਖਦੇ ਕੀ ਹੋਇਆ ਜੋ ਤੁਸੀਂ ਕੀ ਪ੍ਰੈਸ ਕੀਤੀ ਨਾ, ਜਿਹੜਾ ਇਲੈਕਟ੍ਰਿਕ ਕਰੰਟ ਉਹਦੇ ਵਿੱਚੋਂ ਚੱਲਣ ਲੱਗ ਪਿਆ ਪ੍ਰਾਇਮਰੀ ਕੋਇਲ ਦੇ ਵਿੱਚੋਂ। ਐਜ਼ ਅ ਰਿਜ਼ਲਟ ਆਫ ਦਿਸ ਚੇਂਜ ਹੋਇਆ ਮੈਗਨੈਟਿਕ ਫੀਲਡ, ਚੇਂਜਿੰਗ ਮੈਗਨੈਟਿਕ ਫੀਲਡ ਸੈਟਅਪ ਹੋ ਗਿਆ ਅਰਾਊਂਡ ਦਾ ਉਸ ਪ੍ਰਾਇਮਰੀ ਕੋਇਲ ਜਿਹੜੀ ਸੀਗੀ ਪੀ, ਉਹਦੇ ਅਲਦੇ ਚੇਂਜਿੰਗ ਮੈਗਨੈਟਿਕ ਫੀਲਡ ਸੈਟਅਪ ਹੋ ਗਿਆ। ਸੋ ਚੇਂਜਿੰਗ ਮੈਗਨੈਟਿਕ ਜਿਹੜਾ ਫੀਲਡ ਆ, ਸੋ ਉਹਦੇ ਕਰਕੇ ਐਜ਼ ਅ ਰਿਜ਼ਲਟ ਆਫ ਚੇਂਜਿੰਗ ਮੈਗਨੈਟਿਕ ਫੀਲਡ as a result of this changing magnetic field set up around the primary coil. In other words ਅਸੀਂ ਕਹਿ ਸਕਦੇ ਕਿ ਜਿਹੜਾ changing magnetic flux link with the primary coil, since secondary coil is very close to primary coil, ਉਸ primary coil ਦੇ ਲਾਗੇ ਸੀ secondary coil, so changing magnetic flux ਜਿਹੜਾ also link ਹੋਏਗਾ secondary coil ਦੇ ਨਾਲ। ਸੋ ਉਹੀ according to Faraday law ਅਸੀਂ ਕੀਤਾ ਸੀ ਕਿ induced EMF setup ਹੋ ਜਾਂਦੀ ਆ ਉਸ secondary coil ਦੇ ਅਰਾਊਂਡ। ਕਿਉਂਕਿ ਉੱਥੇ ਤੁਸੀਂ magnetic flux ਜਿਹੜਾ link with coil change ਕਰਾ ਰਹੇ ਹੋ, ਇਹ ਤਾਂ Faraday ਦਾ law ਸੀ। ਇਸੇ ਕਰਕੇ induced EMF ਪੈਦਾ ਹੋ ਗਈ, ਉਹਦੇ ਕਰਕੇ ਹੀ ਗਲਵੈਨੋਮੀਟਰ ਡਿਫਲੈਕਸ਼ਨ ਸ਼ੋ ਕਰਤੀ। ਸੋ ਕਹਿ ਸਕਦੇ ਕਰੰਟ ਥਰੂ ਦਾ ਸੈਕੰਡਰੀ ਕੋਇਲ ਫਲੋ ਹੋਣਾ ਸ਼ੁਰੂ ਹੋ ਗਿਆ, ਵਿਚ ਇਜ਼ ਇੰਡੀਕੇਟਡ ਬਾਈ ਦ ਡਿਫਲੈਕਸ਼ਨ ਆਫ ਗਲਵੈਨੋਮੀਟਰ। ਜੋ ਸਾਨੂੰ ਗਲਵੈਨੋਮੀਟਰ 'ਚ ਡਿਫਲੈਕਸ਼ਨ ਕਿਉਂ ਆਏਗੀ, ਬਿਕੋਜ਼ ਉਹ ਤਾਂ ਸੈਕੰਡਰੀ ਕੋਇਲ ਨਾਲ ਅਟੈਚ ਆ ਨਾ। ਸੋ ਇਹਦਾ ਮਤਲਬ ਕਿ ਉੱਥੇ ਜਿਹੜਾ ਮੈਗਨੈਟਿਕ ਫਲਕਸ ਲਿੰਕ ਵਿਦ ਦਾ ਕੋਇਲ ਚੇਂਜ ਹੋਣ ਕਰਕੇ ਉੱਥੇ ਇੰਡਿਊਸ EMF ਜਿਹੜੀ ਆ ਉਹ ਪ੍ਰੋਡਿਊਸ ਹੋ ਗਈ। ਇਹਨੂੰ ਕਹਿੰਦੇ ਫਿਨੋਮੀਨਾ ਆਫ ਪ੍ਰੋਡਕਸ਼ਨ ਆਫ EMF ਜਿਹੜਾ ਹੈਗਾ ਇਨ ਸੈਕੰਡਰੀ ਕੋਇਲ, ਉਹਨੂੰ ਬੋਲਦੇ ਮਿਊਚੁਅਲ ਇੰਡਕਸ਼ਨ। ਸੋ ਮਿਊਚੁਅਲ ਕਿਉਂਕਿ ਮਿਊਚੁਅਲਸ ਹੋ ਗਏ ਨਾ ਆਪਸ ਦੇ ਵਿੱਚ। ਸੋ ਇਹਦੇ ਵਿੱਚ ਕੀ ਆ, ਅਸੀਂ ਇੰਡਿਊਸ EMF ਪ੍ਰੋਡਿਊਸ ਕਰਦੇ ਹਾਂ ਕਿਸੇ ਕਲੋਜ਼ ਸਰਕਟ ਦੇ ਵਿੱਚ ਡਿਊ ਟੂ ਫਲੋ ਆਫ ਚੇਂਜਿੰਗ ਕਰੰਟ ਇਜ਼ ਇਨ ਅ ਨੀਅਰ ਬਾਈ ਕਲੋਜ਼ ਸਰਕਟ। ਜਦੋਂ ਨੀਅਰ ਬਾਈ ਕਲੋਜ਼ ਸਰਕਟ ਤੁਸੀਂ ਚੇਂਜ ਕਰਦੇ ਹੋ। ਕਲੀਅਰ। ਸੋ ਕੋਫੀਸ਼ੀਐਂਟ ਆਫ ਮਿਊਚੁਅਲ ਇੰਡਕਸ਼ਨ, ਤੁਸੀਂ ਇਹਨੂੰ ਜਦੋਂ ਪੂਰਾ, ਸਭ ਤੋਂ ਪਹਿਲਾਂ ਤਾਂ ਉਹੀ ਹੈ ਸਿਮਿਲਰਲੀ ਜਦੋਂ ਆਪਾਂ ਸੈਲਫ ਇੰਡਕਸ਼ਨ ਕੀਤਾ ਸੀ ਉੱਥੇ L ਆਇਆ ਸੀ, ਇੱਥੇ M ਆਇਆ, ਬਾਕੀ ਸੇਮ ਰਹੇਗਾ। ਠੀਕ ਹੈ, ਬਾਕੀ ਉਹ ਵੀ ਵਾਲੀ ਸਾਰੀਆਂ ਡੈਫੀਨੇਸ਼ਨ ਸੈਲਫ ਇੰਡਕਸ਼ਨ ਵਾਲੀ ਵੀਡੀਓ ਦੇਖਣਾ, ਇਸ ਤੋਂ ਪ੍ਰੀਵੀਅਸ ਹੈ, ਪ੍ਰੀਵੀਅਸ ਪਾਰਟ ਦੇ ਵਿੱਚ ਮਿਲੇਗੀ ਤੁਹਾਨੂੰ। ਆਈ ਥਿੰਕ 21th ਪਾਰਟ ਹੈ ਉਹ ਇਲੈਕਟ੍ਰਿਸਿਟੀ ਮੈਗਨੇਟਿਜ਼ਮ ਦਾ। ਸੋ ਉਹਦੇ ਅਕੋਰਡਿੰਗ ਹੀ ਹੈ। ਸੋ ਸੇਮ ਆ, ਬਸ ਉੱਥੇ L ਦੀ ਜਗ੍ਹਾ ਇੱਥੇ ਜਿਹੜਾ ਕੌਨਸਟੈਂਟ ਹੋਏਗਾ M ਹੋਏਗਾ ਮਿਊਚੁਅਲ ਇੰਡਕਸ਼ਨ ਵਾਲਾ। ਬਾਕੀ ਤੁਸੀਂ ਇਹਨੂੰ ਪ੍ਰੂਵ ਕਰੋਗੇ, ਇਹਨੂੰ ਸਾਰਾ ਪ੍ਰੂਵ ਕਰਕੇ ਦੇਖਣਾ। ਸੋ ਇਹ ਤੁਸੀਂ ਸਕਰੀਨਸ਼ਾਟ ਲੈਣਾ, ਇੱਕ ਵਾਰੀ ਤੁਸੀਂ ਸਾਰੇ ਦੇਖਣੇ ਤੋਂ ਦੇਖ ਵੀ ਸਕਦੇ ਆ ਕਿ ਜਿਹੜੀ ਮਿਊਚੁਅਲ ਇੰਡਕਸ਼ਨ ਇਹਦੇ ਵਿੱਚ ਦੇਖੋ ਡਿਫਾਈਨਡ ਐਜ਼ ਦਾ EMF ਇੰਡਿਊਸ ਇਨ ਦਾ ਸਰਕਟ ਵੈਨ ਰੇਟ ਆਫ ਡਿਕੇ ਆਫ ਕਰੰਟ ਇਨ ਦਾ ਨੇਬਰਹੁੱਡ ਕਰੰਟ ਇਜ਼ ਯੂਨਿਟੀ। ਜਦੋਂ ਇਹਦੀ ਵੈਲਿਊ ਤੁਸੀਂ ਯੂਨਿਟੀ ਲੈ ਲੈਂਦੇ ਹੋ, ਇਹਦੀ ਅਸੀਂ ਉੱਥੇ ਵੀ ਪ੍ਰੂਵ ਕੀਤਾ ਸੀ, ਬਸ ਇਹ 'ਚ ਨੇਬਰਹੁੱਡ ਦੀ ਨਾਲ ਗੱਲ ਹੋਏਗੀ। ਜੇ ਅਸੀਂ ਦੋ ਸਰਕਟਸ ਦੀ ਗੱਲ ਕਰਦੇ ਹਾਂ ਨਾ, ਉੱਥੇ M12 ਇਕੁਅਲ ਟੂ M21 ਲੈਣਾ ਆਪਾਂ, ਮਤਲਬ ਫਸਟ ਦੇ ਵਿੱਚ ਸੈਕਿੰਡ ਦੇ ਕਾਰਨ ਇਕੁਅਲ ਟੂ ਸੈਕਿੰਡ ਦੇ ਵਿੱਚ ਫਸਟ ਦੇ ਕਾਰਨ। ਠੀਕ ਹੈ, ਇਹਦੇ ਵੀ ਯੂਨਿਟ ਹੈਨਰੀ ਆ। ਕਦੋਂ 1 ਹੈਨਰੀ ਹੁੰਦਾ ਮੈਂ ਪਿੱਛੇ ਸਮਝਾ ਚੁੱਕੀ ਹਾਂ ਸਾਰਾ। ਸੋ ਇਹ ਕਿਤੇ ਡਿਪੈਂਡ ਕਰਦੀ ਨੰਬਰ ਆਫ ਟਰਨਸ ਕੋਇਲ ਦੀਆਂ ਕਿੰਨੀਆਂ, ਜਿਓਗ੍ਰਾਫਿਕ ਸ਼ੇਪ ਕਿੱਦਾਂ ਦੀ ਹੈ, ਸੈਪਰੇਸ਼ਨ ਕਿੱਦਾਂ ਦੀ ਹੈ। ਇਹ ਮਿਨੀਮਮ ਕਦੋਂ ਹੁੰਦੀ ਜਦੋਂ ਦੋ ਕੋਇਲ ਆਪਸ 'ਚ ਪਰਪੈਂਡੀਕੂਲਰ ਹੁੰਦੀ ਹੈ, ਅਤੇ ਮੈਕਸੀਮਮ ਕਦੋਂ ਹੁੰਦੀ ਜਦੋਂ ਇੰਟਾਇਰ ਫਲਕਸ ਆਫ ਪ੍ਰਾਇਮਰੀ ਕੋਇਲ ਵਿਦ ਸੈਕੰਡਰੀ ਐਂਡ ਫਰਦਰ ਇਨਕਰੀਜ਼ ਇਫ ਕੋਇਲ ਆਰ ਬਾਉਂਡਡ ਓਵਰ ਐਨ ਆਇਰਨ ਕੋਰ। ਠੀਕ ਹੈ, ਬਾਈ ਦਾ ਫੈਕਟਰ ਮਿਊ ਆਰ ਕੀ ਹੈ, ਰਿਲੇਟਿਵ ਪਰਮਿਟਿਵਿਟੀ। ਇਹ ਮਿਨੀਮਮ ਮੈਕਸੀਮਮ ਦੀਆਂ ਕੰਡੀਸ਼ਨ ਦੇਖ ਲੈਣੀਆਂ, ਅਤੇ ਕਿਤੇ ਡਿਪੈਂਡ ਕਰਦਾ ਇਹ ਜ਼ਰੂਰ ਦੇਖ ਲੈਣਾ, ਕਿਉਂਕਿ ਇਹ ਪੁਆਇੰਟਸ ਇੰਪੋਰਟੈਂਟ ਹੁੰਦੇ ਆ ਕਿ ਜਿੱਦਾਂ ਕਿਤੇ ਡਿਪੈਂਡ ਕਰਦੀ ਕਿੰਨੀਆਂ ਨੰਬਰ ਆਫ ਟਰਨਸ ਤੁਸੀਂ ਵਧਾ ਰਹੇ ਹੋ, ਉਹਨਾਂ ਦੀ ਸ਼ੇਪਸ ਕਿੱਦਾਂ ਦੀਆਂ। ਠੀਕ ਹੈ, ਜਿਓਮੈਟ੍ਰਿਕ ਸ਼ੇਪ, ਸੌਰੀ ਇੱਥੇ ਮੈਂ ਸ਼ਾਇਦ ਜਿਓਗ੍ਰਾਫੀਕਲ ਬੋਲ ਗਈ ਸੀ, ਸੌਰੀ, ਜਿਓਮੈਟ੍ਰੀਕਲ ਸ਼ੇਪਸ ਕਿੱਦਾਂ ਦੀਆਂ, ਐਂਡ ਉਹਨਾਂ ਦੀ ਸੈਪਰੇਸ਼ਨ ਕਿੱਦਾਂ ਦੀ ਦੋ ਕੋਇਲਸ ਦੇ ਵਿੱਚ। ਅਤੇ ਮਿਨੀਮਮ ਕਦੋਂ ਹੋਣੀ ਹੈ ਜਦੋਂ ਦੋ ਕੋਇਲਸ ਨੂੰ ਤੁਸੀਂ ਪਰਪੈਂਡੀਕੂਲਰ ਰੱਖਣਾ। ਠੀਕ ਹੈ, ਅਤੇ ਮੈਕਸੀਮਮ ਕਦੋਂ ਹੋਣੀ ਆ ਜਦੋਂ ਇੰਟਾਇਰ ਫਲਕਸ ਆਫ ਪ੍ਰਾਇਮਰੀ ਲਿੰਕ ਵਿਦ ਸੈਕੰਡਰੀ, ਸਾਰਾ ਫਲਕਸ ਸੈਕੰਡਰੀ ਨਾਲ ਲਿੰਕ ਹੋ ਗਿਆ, ਅਤੇ ਫਰਦਰ ਇਨਕਰੀਜ਼ ਹੋਏਗਾ ਐਂਡ ਫਰਦਰ ਇਨਕਰੀਜ਼ਡ ਇਫ ਕੋਇਲ ਆਰ ਬਾਉਂਡ ਓਵਰ ਆਇਰਨ ਕੋਰ। ਜੇ ਤੁਸੀਂ ਆਇਰਨ ਦੀ ਕੋਰ 'ਤੇ ਤੁਸੀਂ ਉਹਨੂੰ ਬਾਉਂਡ ਕਰ ਦਿਓ, ਕਿੰਨੇ ਫੈਕਟਰ ਨਾਲ ਮਿਊ ਆਰ ਉਹਦੀ ਰਿਲੇਟਿਵ ਪਰਮਿਟਿਵਿਟੀ ਹੋਏਗੀ ਉਸ ਜੇ 'ਤੇ ਤੁਸੀਂ ਆਇਰਨ ਦੀ ਕੋਰ 'ਤੇ ਜਿੱਦਾਂ ਇਹਦੇ 'ਤੇ ਬਾਉਂਡ ਕੀਤਾ ਹੋਇਆ। ਠੀਕ ਹੈ, ਇਹ ਦੇਖੋ ਕਰੰਟ 10 ਐਂਪੀਅਰ ਦਾ ਪ੍ਰਾਇਮਰੀ ਕੋਇਲ ਦੇ ਵਿੱਚ ਸਰਕਟ ਰਿਡਿਊਸ ਹੋ ਗਿਆ 0। ਕਰੰਟ ਆਫ 10 ਐਂਪੀਅਰ ਇਨ ਪ੍ਰਾਇਮਰੀ ਕੋਇਲ ਸਰਕਟ ਰਿਡਿਊਸ ਟੂ 0 ਐਟ ਅ ਯੂਨੀਫਾਰਮ ਰੇਟ ਆਫ 10⁻³ ਸੈਕਿੰਡ। ਜੇ ਕੋਫੀਸ਼ੀਐਂਟ ਜਿਹੜਾ ਮਿਊਚੁਅਲ ਇੰਡਕਸ਼ਨ ਦਾ ਉਹ 3 ਹੈਨਰੀ ਹੈਗਾ, then what is the induced EMF in the secondary and change of magnetic flux per turn in a secondary if it has a 50 turns। ਸੋ ਪਹਿਲਾਂ ਤਾਂ ਰੇਟ ਚੇਂਜ ਕਰ ਲਓ, 10 ਤੋਂ 0 ਗਿਆ, 0 - 10 ਆ ਗਿਆ -10 ਐਂਪੀਅਰ। dt ਟਾਈਮ ਵੀ ਚੇਂਜ ਆਫ ਟਾਈਮ ਤਾਂ ਟੈਂਸ ਪਰ -3 ਸੈਕਿੰਡ। ਸੋ M
ਤੁਹਾਨੂੰ ਇੱਥੇ ਮਿਊਚੁਅਲ ਇੰਡਕਸ਼ਨ ਵੀ ਪ੍ਰੋਵਾਈਡ ਹੈਗੀ 3 ਹੈਨਰੀ ਦੀ। ਸੋ ਇਹ ਸਾਨੂੰ ਫਾਰਮੂਲਾ ਪਤਾ ਇਕੁਅਲ ਟੂ -di/dt ਵੈਲਿਊਜ਼ ਆਪਾਂ ਪੁੱਟ ਕਰ ਦੇਵਾਂਗੇ। ਠੀਕ ਹੈ, ਇੱਕ ਨੰਬਰ ਆਫ ਟਰਨਸ ਲਈ n ਨਾਲ ਤੁਸੀਂ ਮਲਟੀਪਲਾਈ ਕਰ ਦਿਓ। ਸੋ ਇੱਥੋਂ d5 ਤੁਸੀਂ ਨਿਕਾਲ ਸਕਦੇ ਹੋ ਆਰਾਮ ਨਾਲ। ਨੈਕਸਟ ਵੈਰੀ 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 ਇੰਪੋਰਟੈਂਟ, ਬਹੁਤ ਹੀ ਜ਼ਿਆਦਾ। ਠੀਕ ਹੈ, ਸੋ ਮਿਊਚੁਅਲ ਇੰਡਕਸ਼ਨ ਬਿਟਵੀਨ 2 ਆਰਬਿਟਰੇਰੀ ਸਰਕਿਟ, ਇਹ ਬਹੁਤ ਇੰਪੋਰਟੈਂਟ ਥਿਊਰਮ ਆਫ ਰੈਸੀਪ੍ਰੋਸਿਟੀ ਕਹਿੰਦੇ ਆ। ਇਹਦੇ ਵਿੱਚ ਨਾ ਤੁਸੀਂ 2 ਸਰਕਿਟ ਲੈਂਦੇ ਹੋ, 2 ਕਲੋਜ਼ ਸਰਕਿਟ, ਇੱਕ ਜੋ ਕਰੰਟ I1 ਫਲੋ ਕਰਦਾ I2, ਮਤਲਬ ਇਹ ਸਾਰੀ ਕਹਾਣੀ ਤੁਸੀਂ ਯਾਦ ਕਰਨੀ, ਤੁਸੀਂ ਮੇਨ ਜਿਹੜਾ ਰਿਜ਼ਲਟ ਯਾਦ ਕਰਨਾ। ਸੌਰੀ, ਇਹਨੂੰ ਆਪਾਂ ਫੋਟੋ ਨੂੰ ਸਹੀ ਕਰ ਲੈਂਦੇ ਹਾਂ। ਇਹ ਤੁਸੀਂ ਇਹਦੀ ਪੂਰੀ ਡੈਰੀਵੇਸ਼ਨ ਦੇਖ ਸਕਦੇ ਹੋ, ਜੇ ਦੇਖਣੀ ਤਾਂ ਜ਼ੂਮ ਮੈਂ ਥੋੜ੍ਹਾ ਕਰਾਂ, ਤੁਸੀਂ ਸਕਰੀਨਸ਼ਾਟ ਲੈ ਲਿਓ ਜੇ ਕਿਸੇ ਨੇ ਪੂਰਾ ਦੇਖਣਾ ਹੈਗਾ ਆਰਟੀਕਲ। ਮੈਂ ਆਰਟੀਕਲ ਇੱਥੇ ਪ੍ਰੂਵ ਨਹੀਂ ਕਰਾਉਣਾ ਹੈਗਾ, ਮੈਂ ਤੁਹਾਨੂੰ ਰਿਜ਼ਲਟ ਦੱਸਣਾ। ਜੇ ਤੁਸੀਂ ਇਹ ਰਿਜ਼ਲਟ ਦੇਖੋਗੇ ਕਿ M12 ਇਕੁਅਲ ਟੂ M21 ਆ ਜਾਏਗਾ। ਠੀਕ ਹੈ, ਯਾਨੀ ਦੋਨਾਂ ਦੇ ਵਿੱਚ ਜਿਹੜਾ ਸਾਡੇ ਕੋਲ ਇਹ ਦਿੱਤੀਆਂ ਹੋਈਆਂ ਨਾ ਵੈਲਿਊਜ਼ ਦਿਸ ਇਜ਼ ਜੋ ਅਸੀਂ M21 ਕੱਢਿਆ, ਇਹ M12 ਕੱਢਿਆ, ਇਹ ਦੋਨੇ ਸਾਡੇ ਕੋਲ ਕੀ ਆਉਣਗੇ, ਬਰਾਬਰ ਆਉਣਗੇ। ਜਿਹੜੀਆਂ ਦੋਨੀ ਮਿਊਚੁਅਲ ਇੰਡਕਸ਼ਨਸ ਆ ਉਹ ਸਾਡੇ ਕੋਲ ਬਰਾਬਰ ਆਉਣਗੀਆਂ। ਅਸੀਂ ਇਹੀ ਥਿਊਰਮ ਆਫ ਰੈਸੀਪ੍ਰੋਸਿਟੀ ਤੋਂ ਜਿਹੜਾ ਪ੍ਰੂਵ ਕਰਦੇ ਹਾਂ। ਇਹ ਪੁੱਛਿਆ ਜਾ ਸਕਦਾ ਸਟੇਟਮੈਂਟ ਇਹਦੀ। ਠੀਕ ਹੈ, ਨੈਕਸਟ ਕੋਫੀਸ਼ੀਐਂਟ ਆਫ ਕਪਲਿੰਗ ਆਫ 2 ਸਰਕਿਟ। ਕੋਫੀਸ਼ੀਐਂਟ ਆਫ ਕਪਲਿੰਗ ਆਫ 2 ਸਰਕਿਟ, ਇਹ ਵੀ ਜਦੋਂ ਆਪਾਂ ਕੋਫੀਸ਼ੀਐਂਟ ਆਫ ਕਪਲਿੰਗ ਕੱਢਦੇ ਹਾਂ, ਠੀਕ ਹੈ, ਇਹ ਸਾਡੇ ਕੋਲ ਆਉਂਦਾ K ਇਜ਼ ਦਾ ਕੋਫੀਸ਼ੀਐਂਟ ਆਫ ਕਪਲਿੰਗ, M ਇਜ਼ ਇਕੁਅਲ ਟੂ K × L1 L2। ਸੋ L1 L2 ਤੁਹਾਨੂੰ ਪ੍ਰੋਵਾਈਡਡ ਹੋਣਗੇ, ਸੈਲਫ ਇੰਡਕਸ਼ਨਸ ਹੋਣਗੀਆਂ ਪ੍ਰਾਇਮਰੀ ਅਤੇ ਸੈਕੰਡਰੀ ਕੋਇਲ ਦੀਆਂ। ਉਹਦੇ ਅਕੋਰਡਿੰਗ ਤੁਸੀਂ ਜਦੋਂ ਸਾਰਾ ਪ੍ਰੂਵ ਕਰੋਗੇ ਤੁਹਾਡੇ ਕੋਲ ਇਹ ਰਿਜ਼ਲਟ ਆ ਜਾਏਗਾ। M ਇਜ਼ ਇਕੁਅਲ ਟੂ √ L1 L2। ਇਹਦੇ ਵਿੱਚ ਪਿੱਛੇ ਵੀ ਰਿਜ਼ਲਟ ਤੁਹਾਨੂੰ ਇੱਕ ਦਿੱਤਾ ਹੋਏਗਾ, ਇਹ ਰਿਜ਼ਲਟਸ ਹੈਗੇ ਨੇ ਦਿੱਤੇ ਹੋ, ਇਹ ਬਰਾਬਰ ਅਸੀਂ ਲਿਆ ਹੋਇਆ, ਅਤੇ M ਇਜ਼ ਇਕੁਅਲ ਟੂ √ L1 L2 ਆ ਗਿਆ। ਜੇ ਤੁਸੀਂ K ਲੈਂਦੇ ਆ, ਠੀਕ ਹੈ, ਇਲੈਕਟਰ ਅਤੇ ਫਰੈਕਸ਼ਨਸ K1 ਹੈਗੀ ਆ, ਨੇਬਰਹੁੱਡ ਕੋਇਲ ਇੱਕ ਦਿੱਤੀ ਹੋਈ ਆ, ਪ੍ਰਾਇਮਰੀ ਕੋਇਲ ਲਈ φ1 ਉਹਦਾ ਫਲਕਸ ਹੈਗਾ ਆ। ਠੀਕ ਹੈ, ਲਿੰਕ ਵਿਦ ਸੈਕੰਡਰੀ ਕੋਇਲ ਜਿਹਦੀ ਫਰੈਕਸ਼ਨ K2 ਆਫ φ2। ਸੋ ਇੱਥੋਂ ਸਾਡੇ ਕੋਲ ਜੇ K1 K2 ਇਕੁਅਲ ਟੂ K ਆ, ਅਤੇ ਇਕੁਅਲ ਟੂ ਕੀ ਆ ਜਾਏਗਾ ਸਾਡੇ ਕੋਲ, ਫਿਰ ਇਹ K ਆ ਜਾਏਗਾ। ਠੀਕ ਹੈ, ਅਤੇ ਵੈਲਿਊ ਆਫ K ਲਾਈਜ਼ ਕਰਦੀ ਬਿਟਵੀਨ 0 ਐਂਡ 1। K0 ਮੀਨਸ ਦੇਰ ਇਜ਼ ਨੋ ਕਪਲਿੰਗ ਐਂਡ K1 ਮਤਲਬ ਦੇਰ ਇਜ਼ ਪਰਫੈਕਟ ਕਪਲਿੰਗ। ਇਹ ਯਾਦ ਰੱਖਣੇ ਕੁਛ ਕੁ ਇੰਪੋਰਟੈਂਟ ਪੁਆਇੰਟ ਆ। ਇਹਦੀ ਮਿਊਚੁਅਲ ਇੰਡਕਸ਼ਨ ਹੈਗੀ 2 ਸੋਲੀਨੋਇਡਸ ਲਈ। ਸੋਲੀਨੋਇਡ ਲਈ ਵੀ ਤੁਸੀਂ ਇਹ ਵਾਲਾ ਫਾਰਮੂਲਾ ਯਾਦ ਰੱਖਣਾ। ਠੀਕ ਹੈ, ਜੋ ਇਹ 'ਚ ਪ੍ਰੂਵ ਹੁੰਦਾ ਮੇਨ। ਠੀਕ ਹੈ ਜੀ, ਇਹ ਵਾਲੇ ਫਾਰਮੂਲੇਜ਼ ਬਸ ਯਾਦ ਰੱਖ ਲਿਓ। ਬਾਕੀ ਤੁਸੀਂ ਇਹਦੇ ਬਾਰੇ ਪੜ੍ਹਨਾ, ਸਕਰੀਨਸ਼ਾਟ ਲੈ ਕੇ ਪੜ੍ਹ ਲੈਣਾ ਜੇ ਜ਼ਿਆਦਾ ਪੜ੍ਹਨਾ ਤਾਂ। ਮੈਂ ਮੇਨ ਦੱਸ ਰਹੀ ਹਾਂ। ਲੌਂਗ ਸੋਲੀਨੋਇਡ ਲੈਂਥ L ਦਿੱਤੀ ਹੋਈ ਆ, ਏਰੀਆ ਕ੍ਰਾਸ ਸੈਕਸ਼ਨ ਦਿੱਤਾ ਹੋਇਆ, ਨੰਬਰ ਆਫ ਟਰਨਸ ਸਾਰਾ ਕੁਛ ਪ੍ਰੋਵਾਈਡਡ ਹੈਗਾ, L A N1 N2। ਕੰਪਿਊਟ ਆਪਾਂ ਕੀ ਕਹਿੰਦੇ ਮਿਊਚੁਅਲ ਇੰਡਕਸ਼ਨ ਸੋਲੀਨੋਇਡ ਲਈ ਫਾਰਮੂਲਾ ਆਪਾਂ ਪੜ੍ਹ ਲਿਆ ਹੋਣੀ, μ0 N1 N2 A। ਸੋ ਵੈਲਿਊਜ਼ ਤੁਸੀਂ ਪੁੱਟ ਕਰ ਦਿਓ, N1 N2 A, ਤੁਹਾਨੂੰ ਏਰੀਆ ਪ੍ਰੋਵਾਈਡਡ ਹੈਗਾ, ਸਾਰੀਆਂ ਵੈਲਿਊਜ਼ ਇੱਥੇ ਪੁੱਟ ਕਰ ਦਿਓ। ਸਿਮਿਲਰਲੀ 2 ਕੋਇਲ ਆ, ਪ੍ਰਾਇਮਰੀ ਨੰਬਰ ਆਫ ਟਰਨਸ, ਸੈਕੰਡਰੀ ਨੰਬਰ ਆਫ ਟਰਨਸ ਦਿੱਤੀਆਂ ਹੋਈਆਂ। ਲੈਂਥ ਤੁਸੀਂ ਉਹਦੀ 2πr ਤੋਂ ਪੜ੍ਹ ਲੈਣੀ, ਕਿਉਂਕਿ ਡਾਇਆਮੀਟਰ ਪ੍ਰੋਵਾਈਡਡ ਆ, ਹਾਫ ਕਰਕੇ ਰੇਡੀਅਸ ਕਰ ਲੈਣਾ ਪਹਿਲਾਂ ਤੁਸੀਂ। ਠੀਕ ਹੈ, ਜਾਂ 2r ਉਹਦਾ ਡਾਇਆਮੀਟਰ ਹੀ ਹੋ ਜਾਏਗਾ ਫਿਰ। ਨੰਬਰ ਆਫ ਟਰਨਸ 400 ਪਰ ਯੂਨਿਟ ਕਰਨੀ ਹੈ ਨਾ, ਤਾਂ ਪਰ ਯੂਨਿਟ ਵਾਲੀ ਡਿਵਾਈਡ ਕਰ ਲੈਣਾ ਉਸ ਏਰੀਆ ਨਾਲ। ਠੀਕ ਹੈ, ਪਰ ਯੂਨਿਟ ਲੈਂਥ ਨਾਲ, ਜੋ ਅਸੀਂ ਪਰ ਯੂਨਿਟ ਲੈਂਥ ਕਰਨੀ ਹੈ ਲੈਂਥ ਨੇ ਇੱਥੇ ਵੀ ਡਿਵਾਈਡ ਕੀਤਾ ਸੀ। ਲੈਂਥ 1 ਮੀਟਰ ਸੀ ਨਾ, 1 ਨਾਲ ਡਿਵਾਈਡ ਕੀਤਾ ਸੀ ਆਪਾਂ, ਫਿਰ ਏਰੀਆ ਕਰ ਲੈਣਾ πr²। ਫਿਰ ਤੁਸੀਂ ਉਹੀ ਫਾਰਮੂਲੇ 'ਚ ਅਗੇਨ ਪੁੱਟ ਕਰ ਦੇਣਾ ਜੋ ਉਹਦਾ ਮਿਊਚੁਅਲ ਇੰਡਕਸ਼ਨ ਦਾ ਫਾਰਮੂਲਾ। ਕੁਛ ਔਖਾ ਨਹੀਂ ਹੈਗਾ, ਕਰ ਲੈਣਾ। ਕੁਛ ਮੇਨ ਜੋ ਚੀਜ਼ਾਂ ਦੱਸੀਆਂ ਉਹਨਾਂ ਨੂੰ ਨੋਟ ਡਾਊਨ ਕਰਕੇ ਬਹੁਤ ਸ਼ਾਰਟ ਹੈਂਡ ਨੋਟਸ ਬਣ ਜਾਣਗੇ ਤੁਹਾਡੇ ਕੋਲ। ਜੇ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਕਰਕੇ ਦੱਸਣਾ। ਥੈਂਕਸ ਫॉर ਵਾਚਿੰਗ ਦ ਵੀਡੀਓ।